ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅੱਜ ਆਪਾਂ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਗ੍ਰਾਮਰ ਟਰਾਂਸਲੇਸ਼ਨ ਮੈਥਡ। ਜਿਹੜਾ ਗ੍ਰਾਮਰ ਟਰਾਂਸਲੇਸ਼ਨ ਮੈਥਡ ਹੈ ਇਹ ਵਾਲਾ ਲਾਸਟ ਟੌਪਿਕ ਹੈ। ਇਹ ਵਾਲਾ ਟੌਪਿਕ ਕਰਕੇ ਆਪਣਾ ਆਲਮੋਸਟ ਜਿਹੜਾ ਆਪਾਂ ਟੌਪਿਕ ਸ਼ੁਰੂ ਕੀਤਾ ਹੋਇਆ ਸੀ ਆਲਮੋਸਟ ਇਹ ਸਾਰਾ ਟੌਪਿਕ ਕੰਪਲੀਟ ਹੋ ਜਾਏਗਾ। ਜਿਹੜਾ ਆਪਣਾ ਕੱਲ੍ਹ ਦਾ ਸੈਸ਼ਨ ਹੋਏਗਾ ਜਾਂ ਪਰਸੋਂ ਦਾ ਸੈਸ਼ਨ ਹੋਏਗਾ ਥੋੜ੍ਹੇ ਜਿਹੇ MCQs ਜਾਂ ਆਪਾਂ ਕਹਿ ਸਕਦੇ ਕਿ ਆਪਾਂ ਉਹਦੇ ਵਿੱਚ ਕੁਝ ਕੁਐਸਚਨ ਆਨਸਰਸ ਕਰਾਂਗੇ, ਜਿਹਦੇ ਕਾਰਨ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਵੀ ਹੋ ਜਾਏਗਾ ਕਿ ਤੁਹਾਨੂੰ ਕਿਸ ਤਰੀਕੇ ਦੇ ਕੁਐਸਚਨਸ ਵਗੈਰਾ ਇਹਦੇ ਵਿੱਚ ਆ ਸਕਦੇ ਆ। ਇਸ ਤੋਂ ਬਾਅਦ ਜਿਹੜੀ ਆਪਣੀ ਨੈਕਸਟ ਆਫਟਰ ਨੈਕਸਟ ਕਲਾਸ ਹੋਏਗੀ ਉਹ ਆਪਾਂ ਕੋਈ ਨਿਊ ਟੌਪਿਕ ਆਪਾਂ ਲੈ ਕੇ ਆਵਾਂਗੇ। ਜਿਹੜਾ ਨਵਾਂ ਟੌਪਿਕ ਆਪਾਂ ਉਹ ਕਰਾਂਗੇ। ਚਲੋ ਅੱਜ ਆਪਾਂ ਸਟਾਰਟ ਕਰਦੇ ਹਾਂ। ਆਪਣਾ ਟੌਪਿਕ ਕਿਹੜਾ ਵਾ? ਗ੍ਰਾਮਰ ਟਰਾਂਸਲੇਸ਼ਨ ਮੈਥਡ। ਗ੍ਰਾਮਰ ਟਰਾਂਸਲੇਸ਼ਨ ਮੈਥਡ ਦਾ ਮਤਲਬ ਵੀ ਦੇਖੋ, ਜਿਹੜਾ ਗ੍ਰਾਮਰ ਟਰਾਂਸਲੇਸ਼ਨ ਮੈਥਡ ਹੈ ਇਹਨੂੰ ਆਪਾਂ ਕੋਈ ਇੱਕ ਟ੍ਰੈਡੀਸ਼ਨਲ ਮੈਥਡ ਵੀ ਕਹਿ ਸਕਦੇ ਹਾਂ, ਕਲਾਸੀਕਲ ਮੈਥਡ ਵੀ ਕਹਿ ਸਕਦੇ ਹਾਂ ਅਤੇ ਓਲਡੈਸਟ ਮੈਥਡ ਵੀ ਕਹਿ ਸਕਦੇ ਹਾਂ। ਦੇਖੋ ਨਾਲੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਸੀ, ਜਿੰਨੇ ਵੀ ਆਪਾਂ ਇਹਦੇ ਵਿੱਚ ਟੌਪਿਕ ਕਵਰ ਕੀਤੇ ਮੈਂ ਤੁਹਾਨੂੰ ਮੇਨ ਟੌਪਿਕਸ ਹੀ ਕਰਵਾਏ ਆ ਕਿ ਆਪਾਂ ਕੋਈ ਐਕਸਟਰਾ ਕੰਟੈਂਟ ਨਹੀਂ ਕਰਨਾ, ਬਸ ਉਹਨਾਂ ਹੀ ਕੰਟੈਂਟ ਕਰਾਂਗੇ ਜੋ ਆਪਣਾ ਪੇਪਰ ਦੇ ਲਈ ਕੀ ਹੈ ਯੂਜ਼ਫੁਲ ਹੈ, ਕਿ ਇੱਦਾਂ ਦਾ ਕੰਟੈਂਟ ਕਿ ਜਿਹਦੇ ਕਾਰਨ ਆਪਣੇ ਪੇਪਰਸ ਦੇ ਵਿੱਚੋਂ ਦੀ ਕੁਐਸਚਨਸ ਬਣਦੇ ਨੇ ਜਾਂ ਇੱਦਾਂ ਦਾ ਕੰਟੈਂਟ ਜਿੱਤੋਂ ਆਪਣੇ ਕੁਐਸਚਨਸ 'ਚ ਪੇਪਰ ਆ ਸਕਦੇ ਨੇ। ਠੀਕ ਹੈ, ਹੁਣ ਦੇਖੋ ਉਹਨੇ ਕਿਹਾ ਕਿ ਜਿਹੜਾ ਗ੍ਰਾਮਰ ਟਰਾਂਸਲੇਸ਼ਨ ਮੈਥਡ ਨੂੰ ਆਪਾਂ ਟ੍ਰੈਡੀਸ਼ਨਲ ਮੈਥਡ ਵੀ ਕਹਿੰਦੇ ਹਾਂ, ਕਲਾਸੀਕਲ ਮੈਥਡ ਵੀ ਕਹਿੰਦੇ ਹਾਂ ਅਤੇ ਓਲਡੈਸਟ ਮੈਥਡ ਵੀ ਕਹਿੰਦੇ ਹਾਂ। ਇਟ ਇਜ਼ ਵਨ ਆਫ ਦਾ ਓਲਡੈਸਟ ਮੈਥਡ ਆਫ ਟੀਚਿੰਗ ਇੰਗਲਿਸ਼ ਇਨ ਇੰਡੀਆ। ਮਤਲਬ ਆਪਾਂ ਕਹਿ ਸਕਦੇ ਗ੍ਰਾਮਰ ਟਰਾਂਸਲੇਸ਼ਨ ਮੈਥਡ ਕਿ ਦੇਖੋ ਬੱਚੇ ਨੂੰ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਗ੍ਰਾਮਰ ਦੇ ਆਪਾਂ ਕੀ ਸਿਖਾਉਂਦੇ ਹਾਂ, ਕੁਝ ਬੇਸਿਕ ਰੂਲ ਸਿਖਾਏ ਜਾਂਦੇ ਆ। ਇਹ ਆਪਣਾ ਕੀ ਹੈ ਸਭ ਤੋਂ ਜ਼ਿਆਦਾ ਓਲਡੈਸਟ ਮੈਥਡ ਹੈ ਜੋ ਕਿ ਇੰਡੀਆ ਦੇ ਵਿੱਚ ਕੀ ਹੈ ਸਿਖਾਇਆ ਜਾਂਦਾ ਹੈ। ਨੈਚੁਰਲ ਜਿਹੀ ਗੱਲ ਹੈ, ਤੁਸੀਂ ਵੀ ਦੇਖਦੇ ਹੋ ਬੇਟਾ ਜਦੋਂ ਵੀ ਆਪਾਂ ਕੋਈ ਵੀ ਕਰਦੇ ਦੇਖੋ ਬੇਸਿਕ ਲੱਗਾ ਮੈਂ ਤੁਹਾਨੂੰ ਕੋਈ ਵੀ ਗ੍ਰਾਮਰ ਦੀ ਗੱਲ ਕਰੀ ਜਾਵੇ, ਤੁਹਾਨੂੰ ਨਾਊਨ ਕਰਵਾਉਣੇ ਜਾਂ ਪ੍ਰਨਾਊਨ ਕਰਵਾਉਣਾ ਜਾਂ ਕੋਈ ਵੋਇਸ ਵਗੈਰਾ ਕਰਵਾਉਣੇ ਜਾਂ ਕੋਈ ਆਪਾਂ ਕਹਿ ਸਕਦੇ ਕਿ ਟੈਂਸਿਸ ਕਰਵਾਉਣੇ ਆ। ਜਿੰਨੇ ਵੀ ਤੁਸੀਂ ਗ੍ਰਾਮਰ ਕਰਦੇ ਸਭ ਤੋਂ ਪਹਿਲਾਂ ਤੁਹਾਨੂੰ ਬੇਸਿਕ ਉਹਦੇ ਕੀ ਸਿਖਾਏ ਜਾਂਦੇ ਨੇ, ਰੂਲ ਸਿਖਾਏ ਜਾਂਦੇ ਹੈ ਨਾ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਟ ਇਜ਼ ਵਨ ਆਫ ਦਾ ਓਲਡੈਸਟ ਮੈਥਡ ਆਫ ਟੀਚਿੰਗ ਇੰਗਲਿਸ਼ ਇਨ ਇੰਡੀਆ, ਕਿ ਜਿਹੜਾ ਇਹ ਵਾਲਾ ਮੈਥਡ ਹੈ ਕਿਹੜਾ ਮੈਥਡ ਹੈ? ਓਲਡੈਸਟ ਮੈਥਡ ਹੈ। ਕੀ ਟੀਚ ਕਰਨ ਦੇ ਲਈ? ਇੰਗਲਿਸ਼ ਨੂੰ ਟੀਚ ਕਰਨ ਦੇ ਲਈ ਸਭ ਤੋਂ ਜ਼ਿਆਦਾ ਕਿਹੜਾ ਮੈਥਡ ਹੈ? ਓਲਡੈਸਟ ਮੈਥਡ ਹੈ। ਇਸ ਕਰਕੇ ਇਸ ਮੈਥਡ ਨੂੰ ਆਪਾਂ ਕਿਹੜਾ ਮੈਥਡ ਕਹਿੰਦੇ ਹਾਂ? ਟ੍ਰੈਡੀਸ਼ਨਲ ਮੈਥਡ ਹੈ। ਟ੍ਰੈਡੀਸ਼ਨਲ ਮੈਥਡ ਦਾ ਮਤਲਬ ਸਭ ਤੋਂ ਪੁਰਾਣਾ, ਸਭ ਤੋਂ ਜ਼ਿਆਦਾ ਓਲਡੈਸਟ ਮੈਥਡ ਹੈ। ਬੇਸਿਕ ਆਪਾਂ ਇਹ ਵੀ ਕਹਿ ਸਕਦੇ ਕਿ ਸ਼ੁਰੂਆਤ ਹੀ ਕਿੱਥੋਂ ਦੀ ਹੋਈ ਹੈ? ਇਸ ਤੋਂ ਹੋਈ ਹੈ। ਦੇਖੋ ਨੈਕਸਟ ਕੀ ਹੈ ਇਹਦੇ ਵਿੱਚ ਆਪਾਂ ਕੀ ਦੇਖੋ ਨੋਰਮਲ ਜਦੋਂ ਵੀ ਕੋਈ ਬੱਚਾ ਬੇਟਾ ਆਉਂਦਾ ਵਾ ਜਿਹੜੀਆਂ ਵੀ ਲੈਂਗੁਏਜਿਸ ਵਿੱਚ ਆਪਾਂ ਉਹਨੂੰ ਕਰਵਾਉਣੇ ਕਿ ਸਭ ਤੋਂ ਪਹਿਲਾਂ ਜਿਹੜੀ ਕਲਾਸਿਸ ਆਰ ਟੌਟ ਇਨ ਮਦਰ ਟੰਗ। ਤੁਹਾਨੂੰ ਵੀ ਪਤਾ ਬੇਸਿਕਲੀ ਸਭ ਤੋਂ ਆਪਣੀ ਫਸਟ ਟੰਗ ਦੇਖੋ ਬੇਸਿਕਲੀ ਦੇਖਿਆ ਜਾਵੇ ਨਾ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਆਪਣੀ ਫਸਟ ਲੈਂਗੁਏਜ ਕਿਹੜੀ ਹੁੰਦੀ ਹੈ? ਮਦਰ ਟੰਗ। ਜਿਹੜੀ ਆਪਾਂ ਕਹੀ ਬੇਸਿਕਲੀ ਫਸਟ ਲੈਂਗੁਏਜ ਕਿਹੜੀ ਹੈ ਆਪਣੀ? ਮਦਰ ਟੰਗ ਹੈ। ਮਦਰ ਟੰਗ ਉਹ ਹੈ ਜਿਹੜਾ ਬੱਚਾ ਬਾਏ ਨੈਚੁਰਲ ਸਿੱਖਦਾ ਹੈ। ਨੈਚੁਰਲ ਸਿੱਖਦਾ ਮਤਲਬ ਕਿ ਜਿਹਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ, ਬੱਚਾ ਆਟੋਮੈਟਿਕਲੀ ਆਪਣੇ ਘਰ ਦਾ ਇਨਵਾਇਰਮੈਂਟ ਇੱਦਾਂ ਦਾ ਹੋਏਗਾ। ਤਾਂ ਅਗਰ ਤੁਸੀਂ ਇੰਗਲਿਸ਼ ਫੈਮਿਲੀ 'ਚ ਮਤਲਬ ਪੈਦਾ ਹੋਏ ਹੋ, ਬੋਰਨ ਕੀਤੇ, ਤਾਂ ਤੁਸੀਂ ਇੱਥੇ ਇੰਗਲਿਸ਼ ਲੈਂਗੁਏਜ ਤੁਹਾਡੀ ਬੇਸਿਕ ਮਤਲਬ ਮਦਰ ਟੰਗ ਹੋ ਜਾਏਗੀ। ਪੰਜਾਬੀ 'ਚੋਂ ਤਾਂ ਪੰਜਾਬੀ ਮਦਰ ਟੰਗ ਹੋ ਜਾਏਗੀ। ਮਦਰ ਟੰਗ ਉਹ ਲੈਂਗੁਏਜ ਹੈ ਜਿਹਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ। ਠੀਕ ਹੈ ਨਾ। ਦੈਨ ਉਸ ਤੋਂ ਬਾਅਦ ਆਪਣੀ ਆਉਂਦੀ ਹੈ ਮਦਰ ਟੰਗ ਤਾਂ ਆਪਣੀ ਫਸਟ ਲੈਂਗੁਏਜ। ਦੈਨ ਅੱਗੇ ਆਪਣੀ ਸੈਕਿੰਡ ਲੈਂਗੁਏਜ। ਸੈਕਿੰਡ ਲੈਂਗੁਏਜ ਬੇਟਾ ਉਹ ਵਾਲੀ ਹੋਗੀ ਜਿਹੜੀ ਤੁਹਾਨੂੰ ਸਕੂਲਸ ਦੇ ਵਿੱਚ ਪੜ੍ਹਾਈ ਜਾਂਦੀ ਹੈ। ਸੈਕਿੰਡ ਲੈਂਗੁਏਜ ਆਪਣੀ ਕਿਹੜੀ ਹੋ ਜਾਂਦੀ ਹੈ? ਸਕੂਲਸ ਦੇ ਵਿੱਚ ਜਿਹੜੀ ਬੇਸਿਕਲੀ ਪੜ੍ਹਾਈ ਜਾਂਦੀ ਹੈ ਉਹਨੂੰ ਆਪਾਂ ਸੈਕਿੰਡ ਲੈਂਗੁਏਜ ਬੋਲਦੇ ਹਾਂ। ਅਤੇ ਉਸ ਤੋਂ ਬਾਅਦ ਮਦਰ ਟੰਗ ਦਾ ਆਪਣੀ ਬੇਸਿਕ ਲੈਂਗੁਏਜ ਵੀ ਤੁਸੀਂ ਕਹਿ ਸਕਦੇ ਹੋ ਜਾਂ ਫਸਟ ਲੈਂਗੁਏਜ ਵੀ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮਦਰ ਟੰਗ ਸਭ ਤੋਂ ਪਹਿਲਾਂ ਜਿਹੜਾ ਬੱਚਾ ਵਾ ਸਿੱਖਦਾ ਵਾ। ਉਸ ਤੋਂ ਬਾਅਦ ਆਪਾਂ ਜਿਹੜੀ ਸਕੂਲ ਵਿੱਚ ਜਾ ਕੇ ਸਿੱਖਦੇ ਹਾਂ, ਸਕੂਲ ਵਿੱਚ ਜ਼ਿਆਦਾਤਰ ਕਿਹੜੀ ਯੂਜ਼ ਕੀਤੀ ਜਾਂਦੀ ਹੈ ਜਾਂ ਮਤਲਬ ਦੇਖੋ ਫਸਟ ਤਾਂ ਆਪਣੀ ਹਮੇਸ਼ਾ ਕੀ ਹੈ ਬੇਟਾ? ਮਦਰ ਟੰਗ ਹੈ। ਫਸਟ ਆਪਣੀ ਲੈਂਗੁਏਜ ਕਿਹੜੀ ਹੈ? ਮਦਰ ਟੰਗ ਹੈ। ਜਿਹੜੀ ਸੈਕਿੰਡ ਲੈਂਗੁਏਜ ਆਪਾਂ ਬੇਸਿਕਲੀ ਕਹੀਏ ਅਗਰ ਤੁਹਾਨੂੰ ਕਵੇ ਜਿਵੇਂ ਆਪਾਂ ਕਿਹਾ ਜਾਵੇ ਕਿ ਆਪਣੀ ਜਿਹੜੀ ਸੈਕਿੰਡ ਲੈਂਗੁਏਜ ਹੈ, ਸੈਕਿੰਡ ਲੈਂਗੁਏਜ ਆਪਣੀ ਬੇਸਿਕਲੀ ਕਿਹੜੀ ਹੈ? ਆਈਦਰ ਜਾਂ ਤਾਂ ਹਿੰਦੀ ਹੋਏਗੀ ਜਾਂ ਤਾਂ ਇੰਗਲਿਸ਼। ਜਿਵੇਂ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ, ਆਪਣੀ ਬੇਸਿਕਲੀ ਮਦਰ ਟੰਗ ਕਿਹੜੀ ਹੈ? ਪੰਜਾਬੀ ਹੈ। ਜਿਹੜੀ ਸੈਕਿੰਡ ਲੈਂਗੁਏਜ ਹੈ ਜਾਂ ਤਾਂ ਇੰਗਲਿਸ਼ ਹੈ ਜਾਂ ਤਾਂ ਹਿੰਦੀ ਹੈ। ਅਗਰ ਤੁਸੀਂ ਹਿੰਦੀ ਸਕੂਲ 'ਚ ਪੜ੍ਹਦੇ ਹੋ ਤਾਂ ਹਿੰਦੀ ਹੋਏਗੀ, ਅਗਰ ਇੰਗਲਿਸ਼ 'ਚ ਸਕੂਲ 'ਚ ਪੜ੍ਹ ਰਹੇ ਹੋ ਤਾਂ ਇੰਗਲਿਸ਼। ਤਾਂ ਆਪਣੀ ਜਿਹੜੀ ਸੈਕਿੰਡ ਲੈਂਗੁਏਜ ਕਿਹੜੀ ਹੋਏਗੀ? ਇੰਗਲਿਸ਼। ਬਟ ਬੇਸਿਕ ਲੈਂਗੁਏਜ ਕਿਹੜੀ ਹੈ? ਆਪਣੀ ਮਦਰ ਟੰਗ। ਠੀਕ ਹੈ, ਬੱਚੇ ਨੂੰ ਜਿਹੜੀ ਮਦਰ ਟੰਗ ਦੇ ਵਿੱਚ ਕੀ ਹੈ ਸਿਖਾਇਆ ਜਾਂਦਾ ਵਾ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਆਪਣਾ ਅਗਲਾ ਕੀ ਟੌਪਿਕ ਆ ਰਿਹਾ? ਇੱਕ ਸੈਕਿੰਡ ਦੇਖੋ ਮੇਜਰ ਲਿਮਿਟੇਸ਼ਨ ਆਫ ਦਿਸ ਅਪਰੋਚ। ਦੇਖੋ ਹਰ ਇੱਕ ਦੇ ਕੁਝ ਪੋਜ਼ੀਟਿਵ ਔਰ ਨੈਗੇਟਿਵ ਪੁਆਇੰਟ ਹੁੰਦੇ ਨੇ। ਉਹਨੇ ਕਿਹਾ ਕਿ ਮੇਜਰ ਲਿਮਿਟੇਸ਼ਨ ਕੀ ਇਸ ਅਪਰੋਚ ਦੀ? ਇਨ ਦਿਸ ਨਿਗਲੈਕਟ ਆਫ ਸਪੋਕਨ ਲੈਂਗੁਏਜ ਔਰ ਨੈਚੁਰਲ ਸਪੀਚ। ਇਹਦੇ ਵਿੱਚ ਆਪਾਂ ਕਿਸ ਚੀਜ਼ ਨੂੰ ਨਿਗਲੈਕਟ ਕਰੀਏ? ਦੇਖੋ ਇਹ ਜੋ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਮਦਰ ਟੰਗ ਦੇ ਵਿੱਚ ਆਪਾਂ ਲੈਂਗੁਏਜ ਦਿੰਦੇ ਹਾਂ, ਪਰ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਇਹਦੇ ਵਿੱਚ ਆਪਾਂ ਨਿਗਲੈਕਟ ਕਰਦੇ ਹਾਂ। ਨਿਗਲੈਕਟ ਆਪਾਂ ਕਿਹਨੂੰ ਕਰ ਰਹੇ? ਸਪੋਕਨ ਲੈਂਗੁਏਜ ਨੂੰ। ਸਪੋਕਨ ਲੈਂਗੁਏਜ ਦਾ ਮਤਲਬ ਕਿ ਤੁਸੀਂ ਕਿਸ ਲੈਂਗੁਏਜ ਦੇ ਵਿੱਚ ਬੋਲ ਰਹੇ ਹੋ ਜਾਂ ਕਿਹੜੀ ਥੋੜੀ ਨੈਚੁਰਲ ਸਪੀਚ ਹੈ। ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਇਸ ਦੇ ਵਿੱਚ ਉਹਨੂੰ ਆਪਾਂ ਕੀ ਕਰਦੇ ਹਾਂ? ਇਗਨੋਰ ਕਰਦੇ ਹਾਂ। ਹੁਣ ਅਗਲਾ ਦੇਖੋ, ਅਗਲਾ ਆਪਣੇ ਕੋਲ ਆ ਗਿਆ ਬਾਏ ਲੈਂਗੁਏਜ। ਦੇਖੋ ਬਾਏ ਲੈਂਗੁਏਜ ਦੇ ਤੁਹਾਨੂੰ ਨਾਮ ਤੋਂ ਹੀ ਕਲੀਅਰ। ਬਾਏ ਦਾ ਮਤਲਬ ਦੋ, ਲੈਂਗੁਏਜ ਦਾ ਮਤਲਬ ਕੀ ਹੁੰਦਾ? ਲੈਂਗੁਏਜ।
कि बाय लैंग्वेज का मतलब की होंगे कि जो तुम कितनी लैंग्वेज यूज़ करते हो, 2 लैंग्वेजिस यूज़ करते हो, आप बाय लैंग्वेज मैथड किया जाता है। ठीक है ना। देखो इन्हों किने डिवेलप किया, डिवेलप्ड बाय CJ डॉट्स, मतलब आप कह सकते कि ਇਹਦਾ ਰਾਈਟਰ ਹੈ। ठीक है ना। बेसिकली ज़्यादातर अगर ਤੁਹਾਨੂੰ क्वेश्चन अगर आएगा भी ना इंग्लिश ਦੇ ਵਿੱਚ ਸਭ ਤੋਂ ਮੇਨ ਪਰਸਨ ਕਿਹਨੂੰ ਮੰਨਿਆ ਗਿਆ ਵਾ, ਜਿਹੜੀ ਇੰਗਲਿਸ਼ ਦੀ ਪੈਡਾਗੋਜੀ ਵਿੱਚ ਜਿਹੜਾ ਨਾਮ ਸਭ ਤੋਂ ਜ਼ਿਆਦਾ ਕੀ ਕੀਤਾ ਜਾਂਦਾ ਵਾ, ਯੂਜ਼ ਕੀਤਾ ਜਾਂਦਾ, ਉਹ ਹੈਗਾ ਨੋਮ ਚੋਸਕੀ ਦਾ। ਕਿਹਦਾ ਨਾਮ ਯੂਜ਼ ਕੀਤਾ ਜਾਂਦਾ, ਜਿਹੜਾ ਨੋਮ ਚੋਸਕੀ ਹੈਗੇ ਨੇ। ਠੀਕ ਹੈ ਨਾ। ਸਭ ਤੋਂ ਜ਼ਿਆਦਾ ਅਗਰ ਆਪ ਨੋਮ ਚੋਸਕੀ ਸੀਗੇ, ਜਿਹਨੂੰ ਇੰਗਲਿਸ਼ ਪੈਡਾਗੋਜੀ ਦਾ ਆਪਾਂ ਬੇਸਿਕਲੀ ਤੁਸੀਂ ਇਹ ਵੀ ਕਹਿ ਸਕਦੇ ਹੋ ਫਾਦਰ, ਮਤਲਬ ਉਹਨੇ ਸਭ ਤੋਂ ਜ਼ਿਆਦਾ ਇੰਗਲਿਸ਼ ਪੈਡਾਗੋਜੀ ਦੇ ਉੱਤੇ ਧਿਆਨ ਦਿੱਤਾ ਕਿ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਕਰਨਾ, ਕਿਸ ਤਰੀਕੇ ਦੀ ਲੈਂਗੁਏਜ ਬੱਚਿਆਂ ਨੂੰ ਸਿਖਾਉਣੀ, ਸਭ ਤੋਂ ਜ਼ਿਆਦਾ ਧਿਆਨ ਨੋਮ ਚੋਸਕੀ ਹੈਗੇ ਨੇ, ਜਿਨ੍ਹਾਂ ਨੇ ਇੰਗਲਿਸ਼ ਦੇ ਉੱਤੇ, ਇੰਗਲਿਸ਼ ਦੀ ਪੈਡਾਗੋਜੀ ਦੇ ਉੱਤੇ ਦਿੱਤਾ ਵਾ ਕਿ ਬੱਚਿਆਂ ਦੇ ਮਾਈਂਡ ਸੈਟਅਪ ਦੇ ਅਕੋਰਡਿੰਗ कि फर्स्ट लैंग्वेज केड़ी है, सैकेंड लैंग्वेज केड़ी है, मदर टंग की है, मैं सब तो ज़्यादा इफैक्ट नॉम चोस्की ने दिता। सो आप बेसिकली इंग्लिश के अगर तुहानूं कोई पूछे जाए कि सब तो ज़्यादा मेजर कॉन्ट्रीब्यूशन किस चीज़ का, वो है नॉम चोस्की कि कॉन्ट्रीब्यूशन है, नॉम चोस्की का बेसिकली कॉन्ट्रीब्यूशन। उसी तरीके उन्होंने की किया बाय लैंग्वेज की है, इट इज़ अ डिवेलप्ड बाय, देखो बाय लैंग्वेज का मतलब की होंगे इट इज़ डिवेलप्ड बाय द CD जॉनसन विद द हैल्प ऑफ द मदर टंग। देखो बेसिकली हर एक ये थोड़ी मदर टंग तो आएगी ही आएगी, क्योंकि मदर टंग की सब तो ज़्यादा की है इंपॉर्टेंस है। ਹੁਣ ਦੇਖੋ ਇਹਦੇ ਵਿੱਚ ਕੀ ਹੈ ਬੇਟਾ, ਮਦਰ ਟੰਗ ਦੀ ਕੀ ਹੈ, ਆਪਾਂ ਮਦਰ ਟੰਗ ਇਟ ਇਜ਼ ਆਲਸੋ ਟੇਕਨ ਅਲੋਂਗ ਵਿਦ ਟਾਰਗੇਟਿੰਗ ਲੈਂਗੁਏਜ। ਦੇਖੋ ਮੈਂ ਤੁਹਾਨੂੰ ਹੁਣ ਵੀ ਦੱਸਿਆ ਸੀਗਾ ਕਿ ਮਦਰ ਟੰਗ ਆਪਣੀ ਕਿਹੜੀ ਲੈਂਗੁਏਜ ਹੈ, ਉਹ ਮਦਰ ਟੰਗ ਬੇਸਿਕ ਲੈਂਗੁਏਜ ਹੈ। ਟਾਰਗੇਟ ਲੈਂਗੁਏਜ ਕਿਹੜੀ ਹੁੰਦੀ ਕਿ ਜਿਹੜੀ ਆਪਾਂ ਨੂੰ ਸਕੂਲਾਂ ਵਿੱਚ ਸਿਖਾਈ ਜਾਂਦੀ। ਦੇਖੋ ਜਦੋਂ ਵੀ ਕੋਈ ਬੱਚਾ ਸਪੋਜ਼ ਕਰੋ ਕੋਈ ਸਕੂਲ ਵਿੱਚ ਤੁਸੀਂ ਗਏ, ਸਕੂਲ ਹੈਗਾ ਇੰਗਲਿਸ਼ ਮੀਡੀਅਮ ਦਾ, ਨੈਚੁਰਲ ਜੀ ਗੱਲ ਹੈ ਕਿ ਉੱਥੇ ਜਿਹੜੀ ਟਾਰਗੇਟ ਲੈਂਗੁਏਜ ਕਿਹੜੀ ਹੋਏਗੀ, ਇੰਗਲਿਸ਼ ਹੋਏਗੀ। ਬਟ ਤੁਹਾਡੀ ਤੁਸੀਂ ਕਿਸ ਲੈਂਗੁਏਜ ਤੋਂ ਬਿਲੋਂਗ ਕਰੋ, ਤੁਸੀਂ ਪੰਜਾਬੀ ਹੋ, ਤੁਹਾਡੀ ਮਦਰ ਟੰਗ ਕੀ ਹੋਏਗੀ ਬੇਟਾ, ਪੰਜਾਬੀ ਹੋਏਗੀ। ਮੈਂ ਤੁਹਾਨੂੰ ਪੰਜਾਬੀ ਲੈਂਗੁਏਜ ਦੀ ਹੈਲਪ ਨਾਲ, ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਸਕੂਲ 'ਚ ਗਏ ਟੀਚਰ ਤੁਹਾਨੂੰ ਜਾਂਦੇ ਸਰ ਕਹੇਗਾ ਨਹੀਂ ਜੀ ਤੁਸੀਂ ਇੰਗਲਿਸ਼ 'ਚ ਗੱਲ ਕਰੋ, ਇੰਗਲਿਸ਼ 'ਚ ਬੋਲੋ। टीचर की की रिस्पोंसिबिलिटी बनती है कि मदर सॉरी जो मदर टंग है वो है, बट मदर टंग तो तुहानूं करवाएगी बट नाल विद द हैल्प ऑफ मदर टंग जो थोड़ी टारगेट लैंग्वेज, अपनी टारगेट लैंग्वेज की है इंग्लिश, वो थोड़ी टारगेट लैंग्वेज तक तुहानूं की करेगा पहुँचाएगी। सो इट ऑल्सो टेकन अलोंग विद टारगेट लैंग्वेज है। देखो और ये देखो ये आप बेसिकली की कहांगे, ये जी लैंग्वेज जो है चिल्ड्रन आर नॉट अलाउ, आप बेसिकली आप चिल्ड्रनस नूं नहीं अलाउ कर रहे, ਜਿਹੜੀ ਇਹ ਲੈਂਗੁਏਜ ਹੈ ਇਹਦੇ ਵਿੱਚ ਆਪਾਂ ਚਿਲਡਰਨਸ ਨੂੰ ਨਹੀਂ ਅਲਾਉ ਕਰਾਂਗੇ ਕਿ ਹਾਂ ਤੁਸੀਂ ਇਹ ਯੂਜ਼ ਕਰੋ। ਚਿਲਡਰਨ ਆਰ ਨੋਟ ਅਲਾਉਡ ਟੂ ਯੂਜ਼ ਦਾ ਮਦਰ ਟੰਗ ਓਨਲੀ, ਟੀਚਰ ਯੂਜ਼ ਦੈਮ ਵੈਨ, ਠੀਕ ਹੈ, ਟੀਚਰ ਯੂਜ਼ ਕਰੇਗਾ। ਹੁਣ ਦੇਖੋ ਨੈਚੁਰਲ ਜੀ ਗੱਲ ਹੈ, ਅਗਰ ਅਸੀਂ ਹੁਣ ਜਿਵੇਂ ਸਪੋਜ਼ ਕਰੋ ਮੈਂ ਵੀ ਤੁਹਾਨੂੰ ਪੜ੍ਹਾ ਰਹੀ ਹਾਂ, ਠੀਕ ਹੈ, ਅਗਰ ਮੈਂ ਵੀ ਟੀਚਰ ਹਾਂ ਤਾਂ ਮੈਂ ਵੀ ਤੁਹਾਨੂੰ ਪੜ੍ਹਾ ਰਹੀ ਹਾਂ, ਮੈਂ ਇਹ ਥੋੜ੍ਹਾ ਕਿ ਮੈਂ ਇੱਕ ਲੈਂਗੁਏਜ ਯੂਜ਼ ਕਰ ਰਹੀ ਹਾਂ, ਕਦੇ ਵਿੱਚ ਮੈਂ ਹਿੰਦੀ ਵੀ ਬੋਲ ਰਹੀ ਹਾਂ, ਪੰਜਾਬੀ ਵੀ ਬੋਲ ਰਹੀ ਹਾਂ, ਹੈ ਨਾ। ਸਪੋਜ਼ ਕਰੋ ਕਿ ਅਗਰ ਆਪਾਂ ਤੁਸੀਂ ਟੀਚਰ ਹੋ, ਥੋੜ੍ਹੇ 'ਚੋਂ ਕਈ ਟੀਚਰਸ ਹੋਣਗੇ ਵੀ ਜਿਹੜੇ ਤੁਸੀਂ ਪੜ੍ਹਾ ਰਹੇ ਹੋ, ਅਗਰ ਸਪੋਜ਼ ਕਰੋ ਤੁਸੀਂ ਕਲਾਸ ਵਿੱਚ ਜਾਂਦੇ ਹੋ, ਤੁਹਾਡੀ ਕਲਾਸ ਦੇ ਵਿੱਚ ਕੋਈ ਇੱਦਾਂ ਦਾ ਬੱਚਾ ਆਇਆ ਜੋ ਕਿ ਦੂਜੀ ਸਟੇਟ ਤੋਂ ਬਿਲੋਂਗ ਕਰ ਰਿਹਾ ਹੈ, ਜਾਂ ਹੋ ਸਕਦਾ ਕਿ ਕੋਈ ਸਪੋਜ਼ ਕਰੋ ਕਿ ਇੱਕ ਦੋ ਇੰਗਲਿਸ਼ ਮੀਡੀਅਮ ਬੱਚੇ ਆ, ਜਾਂ ਆਪਾਂ ਕਹਿ ਸਕਦੇ ਕਿ ਬਾਕੀ ਪੰਜਾਬੀ ਮੀਡੀਅਮ ਬੱਚੇ ਆ। ਹੁਣ ਇਹ ਤਾਂ ਹੈ ਨਹੀਂਗਾ ਕਿ ਆਪਾਂ ਅਗਰ ਇੰਗਲਿਸ਼ ਮੀਡੀਅਮ ਬੱਚੇ ਉਹਨਾਂ ਨਾਲ ਆਪਾਂ ਇੰਗਲਿਸ਼ 'ਚ ਗੱਲ ਕਰਾਂਗੇ, ਜਿਹੜੇ ਪੰਜਾਬੀ ਮੀਡੀਅਮ ਬੱਚੇ ਆਪਾਂ ਪੰਜਾਬੀ ਮੀਡੀਅਮ 'ਚ ਗੱਲ ਕਰਾਂਗੇ, ਇੱਦਾਂ ਤਾਂ ਨਹੀਂ ਹੁੰਦਾ ਨਾ। ਆਪਾਂ ਬੀਇੰਗ ਅ ਟੀਚਰ ਆਪਾਂ ਕਲਾਸ ਵਿੱਚ ਕੀ ਕਰਦੇ, ਆਪਾਂ ਬਾਈ ਲੈਂਗੁਏਜ ਯੂਜ਼ ਕਰਦੇ ਹਾਂ। ਬਾਈ ਲੈਂਗੁਏਜ ਦਾ ਮਤਲਬ ਕੀ ਹੁੰਦਾ ਕਿ ਦੋ ਲੈਂਗੁਏਜ ਯੂਜ਼ ਕਰਦੇ ਹਾਂ। ਇੱਕ ਤਾਂ ਮਦਰ ਟੰਗ ਬੇਸਿਕਲੀ ਅਗਰ ਪੰਜਾਬ 'ਚ ਬਿਲੋਂਗ ਕਰਦੇ ਹਾਂ ਕਿ ਆਲਮੋਸਟ ਆਪਣੇ ਅਗਰ ਆਪਾਂ ਗਵਰਨਮੈਂਟ ਸਕੂਲ 'ਚ ਪੜ੍ਹਾ ਰਹੇ ਹਾਂ ਕਿੱਦਾਂ ਵੀ ਹੈ ਨਾ, ਜਿਹੜੇ ਵੀ ਬੱਚੇ ਨੇ ਉਹਨਾਂ ਨੂੰ ਪੰਜਾਬੀ ਤਾਂ ਬੇਸਿਕਲੀ ਆਉਂਦੀ ਹੋਏਗੀ, ਆਪਾਂ ਪੰਜਾਬੀ ਲੈਂਗੁਏਜ ਤਾਂ ਯੂਜ਼ ਕਰਾਂਗੇ। ਬਟ ਸਾਈਡ ਬਾਏ ਸਾਈਡ ਅਗਰ ਕਈ ਹਿੰਦੀ ਤੇ ਆਪਾਂ ਹਿੰਦੀ ਵੀ ਵਿੱਚ ਮਿਕਸ ਕਰਾਂਗੇ, ਥੋੜ੍ਹੀ ਜਿਹੀ ਇੰਗਲਿਸ਼ ਵੀ ਵਿੱਚ ਮਿਕਸ, ਮਤਲਬ ਆਪਾਂ ਬਾਈ ਲੈਂਗੁਏਜ ਹੋ ਕੇ ਸਭ ਬੱਚਿਆਂ ਨੂੰ ਸਮਝਾਉਣਾ। ਬਾਈ ਲੈਂਗੁਏਜ ਦਾ ਮਤਲਬ ਹੁੰਦਾ ਕਿ ਚਿਲਡਰਨ ਤਾਂ ਬਾਅਦ 'ਚੋਂ ਯੂਜ਼ ਕਰਨਗੇ, ਪਹਿਲਾਂ ਐਜ਼ ਅ ਬੀਇੰਗ ਅ ਟੀਚਰ ਤੁਸੀਂ ਬਾਈ ਲੈਂਗੁਏਜ ਯੂਜ਼ ਕਰਨੀ ਹੈ, ਬਾਈ ਲੈਂਗੁਏਜ ਯੂਜ਼ ਕਰਨੀ ਹੈ, ਦੋ ਲੈਂਗੁਏਜਿਸ ਯੂਜ਼ ਕਰਨੀ ਹੈ ਕਿ ਜਿਸ ਉਹ ਇੱਦਾਂ ਦੀਆਂ ਦੋ ਲੈਂਗੁਏਜਿਸ ਕਿ ਜਿਹੜੇ ਬੱਚੇ ਈਜ਼ੀਲੀ ਉਹਨੂੰ ਸਮਝ ਸਕਣ, ਜਿਸ ਕਾਰਨ ਤੁਸੀਂ ਆਪਣੇ ਬੱਚਿਆਂ ਨੂੰ ਚੀਜ਼ ਕੀ ਕਰ ਸਕੋ, ਸਮਝਾ ਸਕੋ। आई होप ਤੁਹਾਨੂੰ ਕਲੀਅਰ ਹੋ ਗਿਆ ਹੋਗਾ ਕਿ ਟੀਚਰ ਕਦੋਂ ਯੂਜ਼ ਕਰੇਗਾ, ਜਦੋਂ ਟੀਚਰ ਨੂੰ ਇਹਦੀ ਕੀ ਹੋਏਗੀ, ਜ਼ਰੂਰਤ ਹੋਏਗੀ। ਅਗਲਾ ਪੁਆਇੰਟ ਆ ਗਿਆ ਦੇਖੋ ਆਡੀਓ ਲਿੰਗੁਅਲ। ਹੁਣ ਆਡੀਓ ਲਿੰਗੁਅਲ ਦਾ ਬੇਟਾ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਗਿਆ, ਆਡੀਓ ਦਾ ਮਤਲਬ ਸੁਣਨਾ, ਲਿੰਗੁਅਲ ਦਾ ਮਤਲਬ ਦੇਖੋ ਦਿਸ ਮੈਂ ਇਹਦੇ ਵਿੱਚ ਕੀ ਹੋਗਾ ਕਿ ਸੁਣ ਕੇ, ਬੋਲ ਕੇ ਜਾਂ ਸੁਣ ਕੇ। ਆਡੀਓ ਇਹਦੇ ਵਿੱਚ ਬੇਸਿਕਲੀ ਆਪਾਂ ਕੀ ਕਰਾਂਗੇ, ਸੁਣਾਂਗੇ। ਦੇਖੋ ਦਿਸ ਮੈਥਡ ਇਜ਼ ਪ੍ਰੈਕਟਿਸ ਐਂਡ ਡਰਿਲ ਲਿਮਿਟਡ ਲੈਂਗੁਏਜਿਸ। ਹੁਣ ਦੇਖੋ ਕਈ ਵਾਰੀ ਕੀ ਹੁੰਦਾ ਕਿ ਕੁਛ ਬੱਚੇ ਇੱਦਾਂ ਦੇ ਹੁੰਦੇ ਨੇ, ਆਪਾਂ ਆਪਣੀ ਹੀ ਆਵਾਜ਼ ਨੂੰ ਬਾਰ-ਬਾਰ ਸੁਣ ਕੇ ਆਪਾਂ ਨੂੰ ਸਿੱਖਦੇ ਹਾਂ। ਕਈ ਵਾਰੀ ਹੁੰਦਾ ਨਾ ਕਿ ਕਈ ਬੱਚੇ ਜਿਵੇਂ ਭੁੱਲ ਜਾਂਦੇ, ਆਪਾਂ ਕੀ ਕਰਦੇ ਕਿ ਉਹ ਜਦੋਂ ਵੀ ਕੁਐਸਚਨ ਸੁਣਾ ਰਹੇ ਉਹਨੂੰ ਤੁਸੀਂ ਮਤਲਬ ਰਿਕਾਰਡ ਕਰ ਲਓ, ਤਾਂ ਉਹਨੂੰ ਉਸ ਚੀਜ਼ ਨੂੰ ਬਾਰ-ਬਾਰ ਕੀ ਕਰੋ, ਸੁਣੋ, ਬਾਰ-ਬਾਰ ਸੁਣੋ, ਥੋੜੀ ਪ੍ਰੈਕਟਿਸ ਹੋਏਗੀ, ਠੀਕ ਹੈ ਨਾ। ਮਤਲਬ ਇਹਦਾ ਮਤਲਬ ਕੀ ਹੁੰਦਾ ਕਿ ਦਿਸ ਮੈਥਡ ਪ੍ਰੈਕਟਿਸ ਐਂਡ ਡਰਿਲ ਲਿਮਿਟਡ ਇਨ ਲੈਂਗੁਏਜ, ਮਤਲਬ ਇਹਦੇ ਵਿੱਚ ਆਪਾਂ ਜ਼ਿਆਦਾ ਨਹੀਂ ਯੂਜ਼ ਕਰਨਾ, ਬਟ ਕੁਛ ਹੁੰਦੇ ਕਿ ਆਪਾਂ ਆਡੀਓ ਯੂਜ਼ ਕਰਕੇ ਜੋ ਵੀ ਆਪਾਂ ਮਤਲਬ ਪ੍ਰੈਕਟਿਸ ਤਾਂ ਆਪਾਂ ਚਲੋ ਕਰਨੀ ਹੈ, ਬਟ ਇਹ ਹੁੰਦਾ ਕਿ ਆਡੀਓ ਦੀ ਹੈਲਪ ਦੇ ਨਾਲ ਦਿਸ ਐਬਿਲਿਟੀ ਟੂ ਐਕਸਪ੍ਰੈਸ ਦੈਮਸੈਲਫ ਇਜ਼ ਲਿਮਿਟਡ, ਮਤਲਬ ਇਹਦਾ ਮਤਲਬ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਕਿ ਜੋ ਉੱਦਾਂ ਨਹੀਂ ਐਕਸਪ੍ਰੈਸ ਕਰ ਸਕਦੇ ਉਹ ਇਹ ਵਾਲਾ ਮੈਥਡ ਕੀ ਕਰਨਗੇ,
यूज़ करेंगे। देखो अगला आ गया, अगला अपना की है कम्युनिकेटेड लैंग्वेज टीचिंग। कम्युनिकेट लैंग्वेज टीचिंग का बेटा मतलब की होएगा, ਇਹਦਾ ਮੇਨ ਪਰਪਸ ਇਹ ਹੁੰਦਾ ਹੈ ਕਿ ਬੱਚੇ ਦੀ ਪ੍ਰੋਫੈਂਸੀ ਨੂੰ ਕ੍ਰੀਏਟ ਕਰਨਾ। ਪ੍ਰੋਫੈਂਸੀ ਦਾ ਬੇਟਾ ਮਤਲਬ ਹੁੰਦਾ ਕਿ ਕਿਸੇ ਇੱਕ ਚੀਜ਼ ਵਿੱਚ ਤੁਸੀਂ ਪ੍ਰੋਫੀਸ਼ੀਐਂਟ ਹੋ। ਪ੍ਰੋਫੀਸ਼ੀਐਂਟ ਦਾ ਮਤਲਬ ਹੁੰਦਾ ਹੈ ਕਿ ਇੱਕ ਚੀਜ਼ ਵਿੱਚ ਬੇਸਿਕਲੀ ਤੁਸੀਂ ਕੀ ਹੋ, ਪਰਫੈਕਟ ਹੋ। ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੀਜ਼ ਕੋਈ ਐਦਾਂ ਦੀ ਹੈ ਜਿਹਦੇ ਤੋਂ ਥੋੜੀ ਗ੍ਰਿਪ ਹੈ। ਗ੍ਰਿਪ ਦਾ ਮਤਲਬ ਜਿਵੇਂ ਕੋਈ ਵੀ ਚੀਜ਼ ਕਹਿ ਲਓ, ਜਿਵੇਂ ਕੋਈ ਵੀ ਟੀਚਰ ਹੁੰਦੇ ਨੇ ਜਿਹਨਾਂ ਦੀ ਸਾਇੰਸ 'ਤੇ ਗ੍ਰਿਪ ਹੁੰਦੀ ਹੈ, ਮੈਥ ਕੇ, ਉਹ ਬਹੁਤ ਅੱਛਾ ਪੜ੍ਹਾਉਂਦੇ ਨੇ। ਉਸੇ ਤਰੀਕੇ ਨਾਲ ਪ੍ਰੋਫੀਸ਼ੀਐਂਸੀ ਦਾ ਮਤਲਬ ਹੁੰਦਾ ਕਿ ਥੋੜੀ ਕਿਸੇ ਚੀਜ਼ 'ਤੇ ਗ੍ਰਿਪ ਹੈ। ਹੁਣ ਦੇਖੋ ਇਹ ਪ੍ਰੋਫੀਸ਼ੀਐਂਸੀ ਆਪਾਂ ਕਿੱਦਾਂ ਕ੍ਰੀਏਟ ਕਰਾਂਗੇ? ਅਗਰ ਤੁਸੀਂ ਟੀਚਰ ਹੋ, ਟੀਚਰ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਹਰ ਇੱਕ ਕੰਮ ਦੇ ਵਿੱਚ ਪ੍ਰੋਫੀਸ਼ੀਐਂਟ ਹੋਵੇ, ਬੋਲਣ ਦੇ ਵਿੱਚ ਵੀ ਪ੍ਰੋਫੀਸ਼ੀਐਂਟ ਹੋਣ, ਸਾਰੇ ਕੰਮ ਵਿੱਚ ਪ੍ਰੋਫੀਸ਼ੀਐਂਟ ਹੋਵੇ, ਤੁਸੀਂ ਕੀ ਐਫਰਟਸ ਕਰੋਗੇ? ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ? ਗਰੁੱਪਿੰਗ ਕਰ ਦੋਗੇ। ਬੱਚਿਆਂ ਨੂੰ ਕੀ ਕਰੋਗੇ? ਗਰੁੱਪਸ ਡਿਵਾਈਡ ਕਰ ਦੋਗੇ। ਬੱਚਿਆਂ ਨੂੰ ਕੀ ਕਰੋਗੇ? ਗਰੁੱਪਸ ਵਿੱਚ ਡਿਵਾਈਡ ਕਰ ਦਿੱਤਾ। ਹਰ ਇੱਕ ਗਰੁੱਪ ਨੂੰ ਉਹਨਾਂ ਦੇ ਅਕੋਰਡਿੰਗ ਟਾਸਕ ਕੀ ਕਰਦਾ? ਅਲੋਟ ਕਰ ਦਿੱਤਾ। ਇਹ ਵਾਲੇ ਗਰੁੱਪ ਨੂੰ ਇਹ ਟਾਸਕ ਦੇਤਾ, ਉਹ ਵਾਲੇ ਗਰੁੱਪ ਨੂੰ ਉਹ ਟਾਸਕ ਦੇਤਾ। ਦੈਨ ਉਹਨਾਂ ਨੂੰ ਤੁਸੀਂ ਕਿਹਾ ਕਿ ਕਮਿਊਨੀਕੇਟ ਕਰੋ, ਮਤਲਬ ਡਿਸਕਸ ਕਰੋ, ਗੱਲਬਾਤ ਕਰੋ। ਠੀਕ ਹੈ, ਇੱਕ ਇੱਦਾਂ ਦਾ ਮੈਥਡ ਹੈ ਕਿ ਜਿਹਦੇ ਵਿੱਚ ਬੱਚਿਆਂ ਦੀ ਪ੍ਰੋਫੈਂਸੀ, ਬੋਲਣ ਦੀ ਪ੍ਰੋਫੈਂਸੀ ਇੰਕਰੀਜ਼ ਹੋਵੇ। ਦੇਖੋ ਕਾਫੀ ਸਾਰੇ ਬੱਚੇ ਨੇ ਇੱਦਾਂ ਦੇ ਹੁੰਦੇ ਜਿਹੜੇ ਬੋਲਦੇ ਨੇ, ਜਿਹੜੇ ਹੈਜ਼ੀਟੇਟ ਕਰਦੇ ਕਿ ਆਪਾਂ ਤਾਂ ਅੱਗੇ ਆਉਣਾ ਨਹੀਂ, ਗੱਲ ਨਹੀਂ ਕਰਨਾ। ਆਪਾਂ ਹਰ ਇੱਕ ਨੂੰ ਇਕੁਅਲ ਮੌਕਾ ਦੇਣਾ ਤਾਂ ਕਿ ਹਰ ਇੱਕ ਬੰਦਾ ਕੀ ਹੋਵੇ, ਅੱਗੇ ਆਏ, ਅੱਗੇ ਆ ਕੇ ਆਪਣੇ ਵਿਊ ਪੁਆਇੰਟ ਸ਼ੇਅਰ ਕਰੇ। ਠੀਕ ਹੈ, ਕਮਿਊਨੀਕੇਟ ਕਰੇ, ਪ੍ਰੋਫੀਸ਼ੀਐਂਟ ਬਣੇ। ਇਹ ਜਿਹੜਾ ਮੈਥਡ ਕੀ ਹੈ, ਸੋਸ਼ਲੀ ਕੀ ਹੈ, ਐਕਸੈਪਟੇਬਲ। ਠੀਕ ਹੈ, ਹੁਣ ਦੇਖੋ ਜਿਹੜੀ ਅੱਜ ਦੀ ਕਲਾਸ ਸੀ, ਇਹ ਵਿੱਚ ਆਲਮੋਸਟ ਜਿਹੜਾ ਆਪਣੇ ਪੁਰਾਣੇ ਜਿੰਨੇ ਵੀ ਆਪਾਂ ਟੌਪਿਕ ਕੀਤੇ ਹੈ, ਜਿੰਨੇ ਵੀ ਟੌਪਿਕ ਬੇਸਿਕਲੀ ਮੈਂ ਤੁਹਾਨੂੰ ਕਰਵਾਇਆ ਪਿਛਲੀਆਂ 2-3 ਕਲਾਸਿਸ ਦੇ ਅੰਦਰ, ਮਤਲਬ ਮੇਨ ਕੰਟੈਂਟ ਮੈਂ ਆਲਮੋਸਟ ਆਪਣਾ ਇੱਕ ਟੌਪਿਕ ਦੇ ਰਿਲੇਟਡ ਬੇਸਿਕਲੀ ਜੋ ਸੀਗਾ ਕਿ ਉਹ ਕਵਰ ਹੋ ਗਿਆ। ਹੁਣ ਦੇਖਦੇ ਜਿਹੜੀ ਨੈਕਸਟ ਕਲਾਸ ਆਏਗੀ ਇਹਦੀ, ਜਾਂ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਮੈਂ ਅਗਰ MCQs ਹੀ ਲੈ ਕੇ ਆਵਾਂ ਤਾਂ ਕਿ ਮਤਲਬ ਕੁਐਸਚਨਸ ਬਣਾ ਕੇ ਲੈ ਕੇ ਆਵਾਂ ਤਾਂ ਕਿ ਥੋੜ੍ਹਾ ਜਿਹੜਾ ਵਾ ਤੁਹਾਨੂੰ ਆਈਡੀਆ ਹੋ ਸਕੇ ਕਿ ਕਿੱਦਾਂ ਦੇ ਕੁਐਸਚਨਸ ਆਉਂਦੇ। ਅਦਰਵਾਈਜ਼ ਨਹੀਂ ਤਾਂ ਆਪਾਂ ਨਿਊ ਟੌਪਿਕ ਤਾਂ ਸ਼ੁਰੂ ਕਰਾਂਗੇ ਹੀ ਕਰਾਂਗੇ। ਠੀਕ ਹੈ, ਇਹ ਵਾਲੀ ਕਲਾਸ ਜਿਹੜਾ ਟੌਪਿਕ ਸੀਗਾ ਆਪਣਾ ਆਲਮੋਸਟ ਇਹਦੇ ਵਿੱਚ ਕੀ ਹੋ ਗਿਆ, ਕਵਰ ਹੋ ਚੁੱਕਿਆ।